ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਨ ਨਾਮ ਆਧਾਰ। ਗੁਰਬਾਣੀ ਦੇ ਮਹਾਵਾਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਸਾਰਾ ਸੰਸਾਰ ਦੁਖੀ ਹੈ, ਸਾਰਾ ਸੰਸਾਰ ਦੁੱਖਾਂ ਦਾ ਘਰ ਹੈ, ਪਰ ਉਹਨਾਂ ਵਿੱਚੋਂ ਉਹ ਸੁਖੀ ਹਨ ਜਿਨ੍ਹਾਂ ਨੂੰ ਨਾਮ ਦਾ ਆਧਾਰ ਅਰਥਾਤ ਸਹਾਰਾ ਹੈ। ਨਾਮ ਤੋਂ ਭਾਵ ਕੋਈ ਸ਼ਬਦ ਜਾਂ ਅੱਖਰ ਨਹੀਂ ਜਿਸ ਦਾ ਬਾਰ-ਬਾਰ ਰਟਨ ਜਾਂ ਸਿਮਰਨ ਕੀਤਾ ਜਾਵੇ, ਬਲਕਿ ਨਾਮ ਪ੍ਰਭੂ, ਪਰਮਾਤਮਾ, ਗॉड, ਖੁਦਾ, ਈਸ਼ਵਰ, ਨਿਰੰਕਾਰ, ਅਕਾਲ ਪੁਰਖ, ਰੱਬ ਤੇ ਕਈ ਹੋਰ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਜਿਸ ਰੱਬ ਦੇ ਅਨੇਕਾਂ ਨਾਮ ਨੇ ਉਹ ਇੱਕ ਮਹਾਨ ਸ਼ਕਤੀ ਵੀ ਹੈ ਅਤੇ ਉਸ ਦੀ ਪਰਿਭਾਸ਼ਾ ਗੁਰਬਾਣੀ ਵਿੱਚ ਵੀ ਇਸ ਤਰ੍ਹਾਂ ਮਿਲਦੀ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਇਸ ਗੁਰਬਾਣੀ ਦੇ ਮਹਾਵਾਕ ਤੋਂ ਸਿੱਧ ਹੁੰਦਾ ਹੈ ਕਿ ਰੱਬ ਦਾ ਕੋਈ ਰੂਪ ਰੰਗ ਨਹੀਂ ਹੈ, ਨਾ ਰੇਖ ਹੈ। ਇਹ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਪਰ ਫਿਰ ਵੀ ਇਹ ਰੱਬ ਉਹਨਾਂ ਨੂੰ ਆਪਣੀ ਜਾਣਕਾਰੀ ਅਰਥਾਤ ਗਿਆਨ ਦਿੰਦਾ ਹੈ ਜਿਨ੍ਹਾਂ 'ਤੇ ਇਹ ਖੁਸ਼ ਹੋ ਜਾਂਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਰੱਬ ਕਿਸ 'ਤੇ ਔਰ ਕਿਵੇਂ ਖੁਸ਼ ਹੁੰਦਾ ਹੈ, ਕਿਸ ਨੂੰ ਆਪਣੀ ਜਾਣਕਾਰੀ ਜਾਂ ਦਰਸ਼ਨ ਦਿੰਦਾ ਹੈ। ਇਹ ਤਾਂ ਲਗਭਗ ਸਭ ਨੇ ਸੁਣ ਰੱਖਿਆ ਹੈ ਕਿ ਰੱਬ ਸਰਬ ਵਿਆਪੀ ਹੈ, ਅਮਰ ਹੈ, ਅਟਲ ਹੈ, ਅਵਿਨਾਸ਼ੀ ਹੈ, ਸਰਵ ਸ਼ਕਤੀਮਾਨ ਹੈ ਅਤੇ ਇਸ ਦਾ ਕੋਈ ਸਾਨੀ ਨਹੀਂ ਹੈ ਜਿਸ ਦੀ ਤੁਲਨਾ ਕਿਸੇ ਨਾਲ ਕੀਤੀ ਜਾਵੇ। ਰੱਬ ਬਾਰੇ ਇੰਨਾ ਕੁਝ ਜਾਣਨ ਦੇ ਬਾਵਜੂਦ ਵੀ ਪੂਰਨ ਸਤਿਗੁਰੂ ਬਿਨਾਂ ਇਸ ਦਾ ਗਿਆਨ ਅਸੰਭਵ ਹੈ। ਇਹ ਗਿਆਨ ਨਹੀਂ ਹੋ ਸਕਦਾ। ਇਸ ਦੀ ਪੁਸ਼ਟੀ ਗੁਰਬਾਣੀ ਨੇ ਵੀ ਕੀਤੀ ਹੈ। ਜੇ ਸੋ ਚੰਦਾ ਉਗਿਓ, ਸੂਰਜ ਚੜ੍ਹਨ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਸ ਮਹਾਵਾਕ ਦੇ ਵਿੱਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੇ 100 ਚੰਦਰਮਾ, ਹਜ਼ਾਰਾਂ ਸੂਰਜ ਵੀ ਪ੍ਰਕਾਸ਼ ਦੇਣ ਲੱਗ ਜਾਣ, ਫਿਰ ਵੀ ਗੁਰੂ ਬਿਨਾਂ ਹਨੇਰਾ ਹੀ ਹੈ, ਅਰਥਾਤ ਅਗਿਆਨਤਾ ਹੀ ਰਹਿੰਦੀ ਹੈ। ਰੱਬ ਜਦ ਕਦੇ ਵੀ ਪ੍ਰਗਟ ਹੋਇਆ ਹੈ, ਇਹ ਮਨੁੱਖ ਦਾ ਜਾਮਾ ਧਾਰ ਕੇ ਸਤਿਗੁਰੂ ਦੇ ਸਰੂਪ ਵਿੱਚ ਪ੍ਰਗਟ ਹੋਇਆ ਹੈ ਅਤੇ ਫਿਰ ਆਪਣੇ ਅਵਿਨਾਸ਼ੀ ਸਵਰੂਪ ਦੇ ਦਰਸ਼ਨ ਕਰਾ ਕੇ ਸੰਸਾਰ ਦਾ ਉਧਾਰ ਕਰਦਾ ਹੈ, ਜਿਸ ਦਾ ਪ੍ਰਣਾਮ ਸਾਨੂੰ ਹਰ ਯੁੱਗ ਵਿੱਚ ਸਮੇਂ-ਸਮੇਂ 'ਤੇ ਆਏ ਗੁਰੂ ਪੀਰ ਪੈਗੰਬਰਾਂ ਤੋਂ ਮਿਲਦਾ ਹੈ। ਤੇ ਸਤਿਗੁਰੂ ਬਾਰੇ ਗੁਰਬਾਣੀ ਵਿੱਚ ਵੀ ਸਾਨੂੰ ਇਸ ਤਰ੍ਹਾਂ ਸਮਝਾਇਆ ਹੈ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸਿੱਖ ਉਦਰੇ, ਨਾਨਕ ਹਰ ਗੁਣ ਗਾਓ। ਗੁਰਬਾਣੀ ਦੇ ਇਸ ਮਹਾਵਾਕ ਤੋਂ ਸਪਸ਼ਟ ਹੁੰਦਾ ਹੈ ਕਿ ਜਿਸ ਨੇ ਸਤਿਪੁਰਖ ਅਰਥਾਤ ਨਿਰੰਕਾਰ ਅਕਾਲ ਪੁਰਖ ਨੂੰ ਜਾਣ ਲਿਆ ਹੈ, ਅਰਥਾਤ ਮਨ ਵਿੱਚ ਵਸਾ ਲਿਆ ਹੈ, ਉਸ ਨੂੰ ਸਤਿਗੁਰੂ ਕਹਿੰਦੇ ਹਨ ਅਤੇ ਉਸ ਦੀ ਸੰਗਤੀ ਨਾਲ ਉਸ ਦੇ ਸਿੱਖਾਂ ਦਾ ਉਧਾਰ ਹੋ ਜਾਂਦਾ ਹੈ। ਇਹਨਾਂ ਸਾਰੇ ਗੁਰਬਾਣੀ ਦੇ ਸ਼ਬਦਾਂ ਦਾ ਭਾਵ ਇਹ ਹੈ ਕਿ ਨਾਮ ਤੋਂ ਭਾਵ ਕੇਵਲ ਪ੍ਰਭੂ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਰੱਬ ਹੀ ਹੈ ਅਤੇ ਇਸ ਦੀ ਜਾਣਕਾਰੀ ਜਾਂ ਗਿਆਨ ਅਤੇ ਦਰਸ਼ਨ ਕੇਵਲ ਸਤਿਗੁਰੂ ਹੀ ਕਰਵਾ ਸਕਦਾ ਹੈ। ਜਿਵੇਂ ਗੁਰਬਾਣੀ ਵਿੱਚ ਵੀ ਫਰਮਾਇਆ ਹੈ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਨਾਮ ਅਰਥਾਤ ਰੱਬ ਅਤੇ ਇਸ ਦਾ ਗਿਆਨ ਅਰਥਾਤ ਦਰਸ਼ਨ ਕਰਾਉਣ ਵਾਲਾ ਸਾਧੂ ਗੁਰੂ ਪੀਰ ਸਦਾ ਹੀ ਰਹਿੰਦੇ ਹਨ। ਇਸ ਦਾ ਪ੍ਰਮਾਣ ਸਾਨੂੰ ਗੁਰਬਾਣੀ ਵੀ ਦਿੰਦੀ ਹੈ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹਿ ਨਾਨਕ ਇਸ ਜਗਤ ਮੇਂ ਕਿਨ ਜਪਿਓ ਗੁਰਮੰਤ। ਅੱਜ ਵੀ ਸੰਸਾਰ ਵਿੱਚ ਅਸੀਂ ਵੇਖਦੇ ਹਾਂ ਕਿ ਅਧਿਕਤਰ ਲੋਕ ਦੁਖੀ ਹਨ। ਹਰ ਇੱਕ ਨੂੰ ਆਪਣੇ ਕਿਸਮ ਦਾ ਦੁੱਖ ਹੈ, ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ। ਹਰ ਇੱਕ ਨੂੰ ਆਪਣਾ ਦੁੱਖ ਮਹਿਸੂਸ ਹੁੰਦਾ ਹੈ ਪਰ ਦੂਜੇ ਦਾ ਨਹੀਂ। ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀਰ ਪਰਾਈ। ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਵਰਣਨ ਕੀਤਾ ਗਿਆ ਹੈ, ਫਕੀਰਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਭੇ ਜਗ, ਉੱਚੇ ਚੜ੍ਹ ਕੇ ਵੇਖਿਆ ਕਰ ਕਰ ਇਹੋ ਅੱਗ। ਮਹਾਤਮਾ ਬੁੱਧ ਨੇ ਜਦੋਂ ਸੰਸਾਰ ਵਿੱਚ ਨਿਗਾਹ ਮਾਰੀ ਤਾਂ ਇਹ ਗੱਲ ਨੋਟ ਕੀਤੀ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ, ਜਿਸ ਵਿੱਚ ਮਨੁੱਖ ਜਨਮ ਲੈਣ ਤੋਂ ਅੰਤ ਸਮੇਂ ਤੱਕ ਕਈ ਦੁੱਖਾਂ ਦਾ ਸਾਹਮਣਾ ਕਰਦਾ ਹੈ। ਜਦੋਂ
ਉਹਨਾਂ ਕਿਸੇ ਪ੍ਰਾਣੀ ਦੀ ਅਰਥੀ ਜਾਂਦੀ ਵੇਖੀ ਤਾਂ ਪੁੱਛ-ਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਉਸ ਦਾ ਜੀਵਨ ਚਲਾ ਗਿਆ ਹੈ, ਅਰਥਾਤ ਸਮਾਪਤ ਹੋ ਗਿਆ ਹੈ। ਤਾਂ ਉਹਨਾਂ ਦੇ ਮਨ ਵਿੱਚ ਮੁਕਤੀ ਦੀ ਜਗਿਆਸਾ ਉੱਠੀ, ਜਿਸ ਨੂੰ ਉਹਨਾਂ ਪ੍ਰਾਪਤ ਕਰਕੇ ਸੰਸਾਰ ਨੂੰ ਉਸ ਦੀ ਪ੍ਰੇਰਣਾ ਦੇ ਗਏ। ਹਰ ਇਨਸਾਨ ਦੇ ਜੀਵਨ ਵਿੱਚ ਦੁੱਖ ਵੀ ਹਨ ਤੇ ਸੁੱਖ ਵੀ ਹਨ। ਤਾਂ ਕਿਸੇ ਦੇ ਜੀਵਨ ਵਿੱਚ ਦੁੱਖ ਜ਼ਿਆਦਾ ਤੇ ਸੁੱਖ ਘੱਟ ਹਨ, ਤੇ ਕਿਸੇ ਦੇ ਜੀਵਨ ਵਿੱਚ ਸੁੱਖ ਜ਼ਿਆਦਾ ਤੇ ਦੁੱਖ ਘੱਟ ਹਨ। ਪਰ ਹਰ ਜੀਵਨ ਵਿੱਚ ਦੁੱਖ ਸੁੱਖ ਦੋਵੇਂ ਹਨ। ਇਸ ਦਾ ਪ੍ਰਮਾਣ ਵੀ ਗੁਰਬਾਣੀ ਦੇ ਇਸ ਮਹਾਵਾਕ 'ਚ ਮਿਲਦਾ ਹੈ। ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਨੇ ਜਾਏ ਮਨੁੱਖ। ਕੋਈ ਵੀ ਇਨਸਾਨ ਦੁੱਖ ਨਹੀਂ ਚਾਹੁੰਦਾ, ਬਲਕਿ ਹਰ ਇਨਸਾਨ ਸੁੱਖ ਹੀ ਚਾਹੁੰਦਾ ਹੈ। ਪਰ ਫਿਰ ਵੀ ਕਦੇ ਦੁੱਖ ਤੇ ਕਦੇ ਸੁੱਖ ਧੁੱਪ ਛਾਂ ਦੀ ਤਰ੍ਹਾਂ ਆਉਂਦੇ ਰਹਿੰਦੇ ਹਨ, ਜਿਸ ਦਾ ਕਾਰਨ ਸਾਡੇ ਆਪਣੇ ਕਰਮ ਹੁੰਦੇ ਹਨ। ਸਾਨੂੰ ਆਪਣੇ ਪਿਛਲੇ ਕਰਮਾਂ ਦੀ ਤਾਂ ਜਾਣਕਾਰੀ ਨਹੀਂ ਹੁੰਦੀ, ਪਰ ਇਸ ਜਨਮ ਵਿੱਚ ਜੋ ਕਰ ਰਹੇ ਹੁੰਦੇ ਹਾਂ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਬਾਰੇ ਸਮੇਂ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਆਪਣੇ ਪ੍ਰਵਚਨਾਂ ਰਾਹੀਂ ਫਰਮਾਉਂਦੇ ਹਨ, ਹਰ ਇਨਸਾਨ ਆਪਣੇ ਆਪ ਵਿੱਚ ਅੰਤਰਜਾਮੀ ਹੈ। ਉਸ ਨੇ ਕੀ ਕੁਝ ਕੀਤਾ, ਕੀ ਕਰ ਰਿਹਾ ਹੈ, ਕੀ ਬੋਲਾਂ ਰਾਹੀਂ ਪ੍ਰਗਟ ਕਰ ਰਿਹਾ ਹੈ ਅਤੇ ਵਾਸਤਵ ਵਿੱਚ ਉਸ ਦੇ ਮਨ ਦੀ ਕੀ ਭਾਵਨਾ ਹੈ, ਜੋ ਕਿ ਬਿਲਕੁਲ ਆਪਸ ਵਿੱਚ ਮੇਲ ਨਹੀਂ ਖਾਂਦੀ। ਇਸ ਲਈ ਗੁਰਬਾਣੀ ਵਿੱਚ ਵੀ ਉਹਨਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਹੜੇ ਰੱਬੀ ਗਿਆਨ ਅਤੇ ਸਤਿਗੁਰੂ ਦੀ ਸਿੱਖਿਆ ਅਨੁਸਾਰ ਚੱਲਦੇ ਹਨ, ਉਹ ਸੰਸਾਰ ਵਿੱਚ ਸੁਖੀ ਰਹਿੰਦੇ ਹਨ। ਜਿਵੇਂ ਕਿ ਗੁਰਬਾਣੀ ਕਹਿ ਰਹੀ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਏ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਪਾਵੰਦਿਆਂ ਵਿੱਚ ਹੋਵੇ ਮੁਕਤ। ਤੋ ਐਸੀ ਅਵਸਥਾ ਪੂਰਨ ਸਤਿਗੁਰੂ ਤੋਂ ਗਿਆਨ ਲੈ ਕੇ, ਪੂਰਨ ਸਤਿਗੁਰੂ ਦੇ ਵਚਨਾਂ 'ਤੇ ਵਿਸ਼ਵਾਸ ਕਰਕੇ ਉਸ ਨੂੰ ਕਰਮ ਰੂਪ ਦੇ ਵਿੱਚ ਢਾਲ ਕੇ ਹੀ ਬਣ ਸਕਦੀ ਹੈ। ਤੋ ਪਿਆਰੀ ਸਾਧ ਸੰਗਤ ਜੀ, ਤੋ ਅਸੀਂ ਇਹਨਾਂ ਵਚਨਾਂ ਨੂੰ ਕਰਮ ਰੂਪ ਵਿੱਚ ਆਪਣੇ ਜੀਵਨ ਦੇ ਵਿੱਚ ਢਾਲਣਾ ਹੈ ਤੇ ਆਪਣੀ ਜੀਵਨ ਦੀ ਯਾਤਰਾ ਨੂੰ ਸਫਲ ਬਣਾਉਣਾ ਹੈ, ਜਿਸ ਨਾਲ ਸਾਡਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਏਗਾ। ਤੋ ਪਿਆਰੀ ਸਾਧ ਸੰਗਤ ਜੀ, ਪਿਆਰ ਨਾਲ ਕਹਿਣਾ ਧੰਨ ਨਿਰੰਕਾਰ ਜੀ।